किताब विपरण की रीत तो सच दा मार्ग भाग पंजवां। लेखक सरदार गुरबख्श सिंह काला अफगाना। तीजे कांड दा तीजा भाग बाणी अमृत। चौथा भाग अमृत चखना। पंजवां भाग अमृत खाना ਅਤੇ ਛੇਵਾਂ ਭਾਗ ਅੰਮ੍ਰਿਤ ਪੀਣਾ। ਆਵਾਜ਼ ਗੁਰਜੰਟ ਸਿੰਘ ਰੂਪੂ ਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਅੰਮ੍ਰਿਤ। ਨਾਮ ਅੰਮ੍ਰਿਤ ਦੀ ਸੋਝੀ ਬਖਸ਼ਣ ਵਾਲੀ ਸਤਿਗੁਰਾਂ ਦੀ ਬਾਣੀ ਵੀ ਅੰਮ੍ਰਿਤ ਹੈ। ਤਾਕੇ ਚਰਨ ਜਪੈ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਰਹਾਓ। ਪੰਨਾ 422। ਅਰਥ, ਦਾਸ ਨਾਨਕ ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰੀ ਰੱਖਦਾ ਹੈ। ਆਤਮਿਕ ਜੀਵਨ ਦੇਣ ਵਾਲੀ ਉਸ ਦੀ ਸਿਫਤ ਸਲਾਹ ਦੀ ਬਾਣੀ ਉਚਾਰਦਾ ਹੈ। ਧੀਰਜ ਧਰਮ ਗੁਰਮਤਿ ਹਰ ਪਾਇਆ, ਨਿਤ ਹਰ ਨਾਮੇ ਹਰ ਸਿਉ ਚਿਤ ਲਾਵੈ। ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ, ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੈ। ਪੰਨਾ 494। ਅਰਥ, ਜਿਹੜਾ ਮਨੁੱਖ ਹਰ ਨਾਮ ਵਿੱਚ ਲੀਨ ਰਹਿੰਦਾ ਹੈ, ਪਰਮਾਤਮਾ ਨਾਲ ਚਿੱਤ ਜੋੜੀ ਰੱਖਦਾ ਹੈ, ਉਹ ਧੀਰਜ ਹਾਸਲ ਕਰ ਲੈਂਦਾ ਹੈ। ਉਹ ਧਰਮ ਕਮਾਉਣ ਲੱਗ ਪੈਂਦਾ ਹੈ। ਉਹ ਗੁਰੂ ਦੀ ਮੱਤ ਉੱਤੇ ਤੁਰ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ। ਸਤਿਗੁਰ ਦੀ ਬਾਣੀ ਆਤਮਿਕ ਜੀਵਨ ਦੇਣ ਵਾਲੇ ਬਚਨ ਹਨ। ਜਿਹੜਾ ਮਨੁੱਖ ਇਹ ਬਾਣੀ ਉਚਾਰਦਾ ਹੈ, ਉਹ ਮਨੁੱਖ ਆਪਣੇ ਮੂੰਹ ਵਿੱਚ ਆਤਮਿਕ ਜੀਵਨ ਦੇਣ ਵਾਲਾ ਜਲ ਪਾਉਂਦਾ ਹੈ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ, ਅਨਦਿਨ ਨਾਮ ਬਖਾਣਾ ਰਾਮ। ਅੰਮ੍ਰਿਤ ਬਾਣੀ ਉਚਰਾਂ ਹਰ ਜਸ ਮਿੱਠਾ ਲਾਗੈ, ਤੇਰਾ ਭਾਣਾ ਰਾਮ। ਕਰ ਦਇਆ ਮਇਆ ਗੋਪਾਲ ਗੋਬਿੰਦ, ਕੋਏ ਨਾਹੀ ਤੁਝ ਬਿਨਾ। ਸਮਰੱਥ ਅਗਥ ਅਪਾਰ ਪੂਰਨ ਜੀਓ, ਤਨ ਧਨ ਤੁਮ ਮਨਾ। ਮੂਰਖ ਮੁਗਧ ਅਨਾਥ ਚੰਚਲ, ਬਲਹੀਨ ਨੀਚ ਅਜਾਣਾ। ਬਿਨਵੰਤ ਨਾਨਕ ਸ਼ਰਨ ਤੇਰੀ, ਰਾਖ ਲਿਹੁ ਆਵਣ ਜਾਣਾ। ਪੰਨਾ 543। ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰਿ ਕਾ ਨਾਉ। ਮਨ ਤਨ ਹਿਰਦੇ ਸਿਮਰ ਹਰਿ, ਆਠ ਪਹਿਰ ਗੁਣ ਗਾਓ। ਉਪਦੇਸ਼ ਸੁਣੋ ਤੁਮ ਗੁਰ ਸਿੱਖੋ, ਸੱਚਾ ਇਹ ਸੁਭਾਓ। ਜਨਮ ਪਦਾਰਥ ਸਫਲ ਹੋਏ, ਮਨ ਮੈਂ ਲਾਹਿਓ ਪਾਓ। ਸੂਖ ਸਹਿਜ ਆਨੰਦ ਕਣਾ, ਪ੍ਰਭ ਜਪਤਿਆਂ ਦੁਖ ਜਾਏ। ਨਾਨਕ ਨਾਮ ਜਪਤ ਸੁਖ ਉਪਜੈ, ਦਰਗਾ ਪਾਈਐ ਥਾਉ। ਪੰਨਾ 963। ਅਰਥ, ਪ੍ਰਭੂ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਜਲ ਹੈ, ਅੰਮ੍ਰਿਤ ਦਾ ਸਵਾਦ ਹੈ। ਸਤਿਗੁਰ ਦੀ ਅੰਮ੍ਰਿਤ ਬਾਣੀ ਦੀ ਰਾਹੀਂ ਇਸ ਪ੍ਰਭੂ ਨਾਮ ਨੂੰ ਮਨ ਵਿੱਚ, ਸਰੀਰ ਵਿੱਚ, ਹਿਰਦੇ ਵਿੱਚ ਸਿਮਰੋ ਅਤੇ ਅੱਠੇ ਪਹਿਰ ਪ੍ਰਭੂ ਦੀ ਸਿਫਤ ਸਲਾਹ ਕਰੋ। ਹੇ ਗੁਰਸਿੱਖੋ, ਸਿਫਤ ਸਲਾਹ ਵਾਲਾ ਇਹ ਉਪਦੇਸ਼ ਸੁਣੋ। ਜ਼ਿੰਦਗੀ ਦਾ ਅਸਲ ਮਨੋਰਥ ਇਹੀ ਹੈ। ਮਨ ਵਿੱਚ ਪ੍ਰਭੂ ਦਾ ਪਿਆਰ ਟਿਕਾਓ। ਇਹ ਮਨੁੱਖਾ ਜੀਵਨ ਰੂਪ ਕੀਮਤੀ ਦਾਤ ਸਫਲ ਹੋ ਜਾਵੇਗੀ। ਪ੍ਰਭੂ ਦਾ ਸਿਮਰਨ ਕੀਤਿਆਂ ਦੁੱਖ ਦੂਰ ਹੋ ਜਾਂਦਾ ਹੈ। ਸੁਖ ਆਤਮਿਕ ਅਡੋਲਤਾ ਅਤੇ ਬੇਅੰਤ ਖੁਸ਼ੀ ਪ੍ਰਾਪਤ ਹੁੰਦੀ ਹੈ। ਇਹ ਨਾਨਕ ਪ੍ਰਭੂ ਦਾ ਨਾਮ ਜਪਿਆਂ ਇਸ ਲੋਕ ਵਿੱਚ ਸੁਖ ਪੈਦਾ ਹੁੰਦਾ ਹੈ ਅਤੇ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਮਿਲਦੀ ਹੈ। ਤਪਤ ਬੁਝਾਨੀ ਅੰਮ੍ਰਿਤ ਬਾਨੀ, ਤ੍ਰਿਪਤੇ ਜਿਉ ਬਾਰਕ ਖੀਰ। ਮਾਤ ਪਿਤਾ ਸਾਜਨ ਸੰਤ ਮੇਰੇ, ਸੰਤ ਸਹਾਈ ਵੀਰ। ਪੰਨਾ 978। ਅਰਥ, ਜਿਨ੍ਹਾਂ ਮਨੁੱਖਾਂ ਦੇ ਅੰਦਰੋਂ ਸਤਿਗੁਰ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਨੇ ਮਾਇਆ ਦੀ ਤ੍ਰਿਸ਼ਨਾ ਦੀ ਤਪਸ਼ ਬੁਝਾ ਦਿੱਤੀ, ਉਹ ਮਾਇਆ ਵੱਲੋਂ ਇਉਂ ਰੱਜ ਗਏ ਜਿਵੇਂ ਬਾਲਕ ਦੁੱਧ ਨਾਲ ਰੱਜਦੇ ਹਨ। ਮੇਰੇ ਵਾਸਤੇ ਗੁਰੂ ਸੰਤ ਜਨ ਹੀ ਮਾਪੇ ਹਨ। ਗੁਰੂ ਸੰਤ ਜਨ ਹੀ ਸੱਜਣ ਭਰਾ ਮਦਦਗਾਰ ਹਨ। ਭਾਗ ਚੌਥਾ ਅੰਮ੍ਰਿਤ ਚਖਣਾ। ਕੀਤਾ ਲੋੜੀਐ ਕੰਮ, ਸੋ ਹਰਿ ਪੈ ਆਖੀਐ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ। ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ। ਨਾਨਕ ਹਰਿ ਗੁਣ ਗਾਏ, ਅਲਖ ਪ੍ਰਭ ਲਾਖੀਐ। ਪੰਨਾ 91। ਅਰਥ, ਮਨੁੱਖਾ ਜਨ ਵਿੱਚ ਪ੍ਰਭੂ ਸਿਮਰਨ ਵਿੱਚ ਲੀਨ ਰਹਿ ਕੇ ਸਦਾ ਪਰਉਪਕਾਰ ਦੇ ਉਦਮ ਦਾ ਜਿਹੜਾ ਕੰਮ ਤੋੜ ਚਾੜ੍ਹਨ ਦੀ ਇੱਛਾ ਹੈ, ਉਸ ਦੀ ਪੂਰਨਤਾ ਲਈ ਪ੍ਰਭੂ ਕੋਲ ਬੇਨਤੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਸਤਿਗੁਰ ਦੀ ਸਿੱਖਿਆ ਦੀ ਰਾਹੀਂ ਸਦਾ ਥਿਰ ਪ੍ਰਭੂ ਮਨੁੱਖ ਨੂੰ ਆਪਣੇ ਵਿੱਚ ਲੀਨ ਕਰ ਲੈਣ ਦਾ ਕਾਰਜ ਸਵਾਰ ਦਿੰਦਾ ਹੈ। ਸੰਤਾਂ
ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਨਾਮ ਖਜ਼ਾਨਾ ਮਿਲਦਾ ਹੈ ਤੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਚੱਖ ਸਕੀਦਾ ਹੈ। ਸੋ ਇਹ ਬੇਨਤੀ ਕਰਨੀ ਚਾਹੀਦੀ ਹੈ, ਇਹ ਡਰ ਨਾਸ਼ ਕਰਨ ਵਾਲੇ ਤੇ ਦਇਆ ਕਰਨ ਵਾਲੇ ਹਰੀ ਦਾਸ ਦੀ ਲਾਜ ਰੱਖ ਲਵੋ। ਗੁਰਦੇਵ ਜੀ ਫਰਮਾਨ ਕਰਦੇ ਹਨ, ਪ੍ਰਭੂ ਦੀ ਸਿਫਤ ਸਲਾਹ ਕੀਤਿਆਂ ਪ੍ਰਭੂ ਨਾਲ ਸਾਂਝ ਪਾ ਲਈਦੀ ਹੈ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਊਪਰ ਜਾਈਏ ਕੁਰਬਾਨ। ਅਨਕ ਬਿਗਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਓਟ ਗਹੀ ਸੰਤਾਂ ਦਰ ਆਇਆ, ਸਰਬ ਸੂਖ ਨਾਨਕ ਤਿਹ ਪਾਇਆ। ਪੰਨਾ 283। ਅੰਮ੍ਰਿਤ ਜਿਨ੍ਹਾਂ ਚਖਾਇਓ ਨ, ਰਸ ਆਇਆ ਸਹਿਜ ਸੁਭਾਏ। ਸੱਚਾ ਵੇ ਪ੍ਰਵਾਹ ਹੈ, ਤਿਸ ਨੂੰ ਤੇਲ ਨਾ ਤਮਾਏ। ਪੰਨਾ 428। ਅਰਥ, ਜਿਨ੍ਹਾਂ ਨੂੰ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪਰਮਾਤਮਾ ਨੇ ਗੁਰੂ ਦੀ ਰਾਹੀਂ ਆਪ ਚਖਾਇਆ, ਉਹਨਾਂ ਨੂੰ ਆਤਮਿਕ ਅਡੋਲਤਾ ਵਿੱਚ ਟਿਕ ਕੇ ਉਸ ਦਾ ਸਵਾਦ ਆ ਗਿਆ। ਉਹਨਾਂ ਨੂੰ ਇਹ ਸਮਝ ਵੀ ਆ ਗਈ ਕਿ ਉਹ ਸੱਚਾ ਪ੍ਰਭੂ ਬੇਮੁਥਾਜ ਹੈ, ਉਸ ਨੂੰ ਰਤਾ ਭਰ ਵੀ ਕਿਸੇ ਕਿਸਮ ਦਾ ਕੋਈ ਲਾਲਚ ਨਹੀਂ ਹੈ। ਉਸ ਬੇਮੁਥਾਜ ਪ੍ਰਭੂ ਦੇ ਨਾਮ ਤੇ ਦਾਨ ਲੈਣ ਵਾਲੇ ਧਾਰਮਿਕ ਆਗੂ ਠੱਗੀਆਂ ਮਾਰ ਰਹੇ ਹਨ। ਆਦ ਮੱਧ ਅਰ ਅੰਤ ਪਰਮੇਸ਼ਰ ਰੱਖਿਆ, ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ। ਸਾਧਾਂ ਸੰਗ ਅਪਾਰ, ਅਨ ਦਿਨ ਹਰ ਗੁਣ ਰਵੈ। ਪਾਏ ਮਨੋਰਥ ਸਭ, ਜੋਨੀ ਨਹ ਭਵੈ। ਸਭ ਕਿਛ ਕਰਤੈ ਹੱਥ, ਕਾਰਨ ਜੋ ਕਰੈ। ਨਾਨਕ ਮੰਗੈ ਦਾਨ, ਸੰਤਾਂ ਧੂਰ ਤਰੈ। ਪੰਨਾ 523। ਹਉ ਪਾਪੀ ਪਤਤ ਪਰਮ ਪਖੰਡੀ, ਤੂੰ ਨਿਰਮਲ ਨਿਰੰਕਾਰੀ। ਅੰਮ੍ਰਿਤ ਚਾਖ ਪਰਮ ਰਸ ਰਾਤੇ, ਠਾਕੁਰ ਸ਼ਰਨ ਤੁਮਾਰੀ। ਪੰਨਾ 596। ਅਰਥ, ਹੇ ਮੇਰੇ ਠਾਕੁਰ, ਮੈਂ ਵਿਕਾਰੀ ਹਾਂ। ਹੇ ਜੀਵ, ਤੂੰ ਵੀ ਦਿਲੋਂ ਕਬੂਲ ਕਰ ਅਤੇ ਪ੍ਰਭੂ ਦੀ ਹਜ਼ੂਰੀ ਵਿੱਚ ਹੱਥ ਬੰਨ੍ਹ ਖਲੋ ਅਤੇ ਕਹੋ ਕਿ ਮੈਂ ਸਦਾ ਵਿਕਾਰਾਂ ਵਿੱਚ ਫਸਿਆ ਹੋਇਆ ਹੋਣ ਕਰਕੇ ਅਪਵਿੱਤਰ ਹਾਂ, ਬੜਾ ਪਖੰਡੀ ਹਾਂ। ਹੇ ਪ੍ਰਭੂ, ਤੂੰ ਪਵਿੱਤਰ ਨਿਰੰਕਾਰੀ ਹੈ। ਇਤਨੀ ਭਾਰੀ ਵਿੱਥ ਹੁੰਦਿਆਂ ਮੈਂ ਤੇਰੇ ਚਰਨਾਂ ਵਿੱਚ ਕਿਵੇਂ ਪਹੁੰਚਾਂ? ਪਰ ਹੇ ਦੀਨਾਨਾਥ, ਤੂੰ ਸ਼ਰਨ ਪਏ ਦੀ ਲਾਜ ਰੱਖਦਾ ਹੈ। ਜਿਹੜੇ ਬੰਦੇ ਦਿਲੋਂ ਪਛਤਾਵਾ ਕਰਕੇ ਤੇਰੀ ਸ਼ਰਨ ਪੈਂਦੇ ਹਨ, ਤੇਰਾ ਆਸਰਾ ਤੱਕਦੇ ਹਨ, ਤੇਰੀ ਸਦੀਵੀ ਯਾਦ ਵਿੱਚ ਜੁੜ ਜਾਂਦੇ ਹਨ, ਉਹ ਅਟਲ ਆਤਮਿਕ ਜੀਵਨ ਦੇਣ ਵਾਲਾ ਤੇਰਾ ਨਾਮ ਰਸ ਚੱਖ ਕੇ ਉਸ ਸਭ ਤੋਂ ਉੱਚੇ ਰਸ ਵਿੱਚ ਮਸਤ ਰਹਿੰਦੇ ਹਨ। ਆਪਣੀ ਮਰਜ਼ੀ ਨਾਲ ਬਣਾਈ ਯੋਜਨਾ ਅਨੁਸਾਰ ਗੁਰਬਾਣੀ ਦੇ ਅਰਥ ਕਰਕੇ ਲੋਕਾਂ ਨੂੰ ਭੁਲੇਖਿਆਂ ਵਿੱਚ ਪਾਉਣ ਵਾਲੇ ਠੱਗਾਂ ਦੇ ਇਸ ਫਰਮਾਨ ਬਾਰੇ ਕੀ ਵਿਚਾਰ ਬਣਦੀ ਹੈ? ਕੀ ਹੁਣ ਇਹੀ ਕਹਿਣਗੇ ਕਿ ਸਤਿਗੁਰੂ ਜੀ ਤਾਂ ਆਪ ਹੀ ਮੰਨਦੇ ਹਨ ਕਿ ਉਹ ਪਾਪੀ ਪਤਤ ਪਰਮ ਪਖੰਡੀ ਹਨ? ਕੀ ਅਜਿਹੇ ਅਰਥਾਂ ਨੂੰ ਪਾਠਕ ਕਬੂਲ ਕਰ ਲੈਣਗੇ? ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਸਤਿਗੁਰਾਂ ਬਾਰੇ ਅਜਿਹਾ ਵਿਚਾਰ ਬਣਾਉਣ ਵਾਲੇ ਠੱਗ ਦਾ ਦਰਸ਼ਨ ਸੁਹਿਰਦ ਗੁਰਸਿੱਖ ਕਦੇ ਨਹੀਂ ਕਰਨਗੇ। ਪਾਠਕਾਂ ਦੀ ਸੇਵਾ ਵਿੱਚ ਬਾਰ-ਬਾਰ ਇਹੀ ਬੇਨਤੀ ਹੈ ਕਿ ਮਨਮਤੀ ਢੰਗ ਦੇ ਅਰਥ ਅਤੇ ਗੁਰਮਤ ਅਨੁਸਾਰ ਕੀਤੇ ਅਰਥਾਂ ਦਾ ਫਰਕ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਕਿਸੇ ਦਾ ਦਿਲ ਦਿਖਾਉਣ ਤੋਂ ਬਿਨਾਂ ਸੱਚੀ ਗੱਲ ਸਮਝਾ ਦੇਣ ਵਾਲੇ ਨਿਆਰੇ ਉਪਦੇਸ਼ ਢੰਗ ਦੇ ਮਾਲਕ ਸਤਿਗੁਰਾਂ ਨੇ ਇਸ ਮਹਾਂਵਾਕ ਵਿੱਚ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦਾ ਬਹੁਮੁੱਲਾ ਉਪਦੇਸ਼ ਦਿੱਤਾ ਹੈ ਅਤੇ ਪ੍ਰਭੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਹੈ। ਭਾਗ ਪੰਜਵਾਂ। ਅੰਮ੍ਰਿਤ ਖਾਣਾ। ਨਾਮ ਰਤਨ ਕੋ ਬਿਵਹਾਰੀ, ਅੰਮ੍ਰਿਤ ਭੋਜਨ ਕਰੇ ਆਹਾਰੀ। ਰਹਾਉ। ਪੰਨਾ 181। ਅਰਥ, ਜਿਹੜਾ ਕੋਈ ਪਰਮਾਤਮਾ ਦੇ ਨਾਮ ਰਤਨ ਦਾ ਅਸਲ ਵਪਾਰੀ ਹੈ, ਉਹ ਆਤਮਿਕ ਜੀਵਨ ਦੇਣ ਵਾਲੇ ਨਾਮ ਭੋਜਨ ਨੂੰ ਆਪਣੀ ਜ਼ਿੰਦਗੀ ਦਾ ਆਹਾਰ, ਖੁਰਾਕ, ਆਸਰਾ ਬਣਾਉਂਦਾ ਹੈ। ਰਹਾਉ। ਫਿਰਤ ਫਿਰਤ ਸੰਤਾਂ ਪੈ ਆਇਆ, ਦੁਖ ਭ੍ਰਮ ਹਮਾਰਾ ਸਗਲ ਮਿਟਾਇਆ। ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੂੰਚਾ, ਕਹੋ ਨਾਨਕ ਪ੍ਰਭ ਮੇਰਾ ਊਚਾ। ਪੰਨਾ 562। ਅਰਥ, ਭਾਲ ਕਰਦਾ ਕਰਦਾ ਮੈਂ ਗੁਰੂ ਕੋਲ ਆ ਪਹੁੰਚਿਆ। ਗੁਰੂ ਦੇ ਉਪਦੇਸ਼ ਨੇ ਮੇਰਾ ਸਾਰਾ ਦੁੱਖ ਤੇ ਭਰਮ ਦੂਰ ਕਰ ਦਿੱਤਾ। ਗੁਰੂ ਦੀ ਕਿਰਪਾ ਨਾਲ ਪ੍ਰਭੂ ਨੇ ਮੈਨੂੰ ਆਪਣੀ ਹਜ਼ੂਰੀ ਵਿੱਚ ਸੱਦ ਲਿਆ, ਮੈਨੂੰ ਆਪਣੇ ਚਰਨਾਂ ਵਿੱਚ ਜੋੜ ਲਿਆ
ਤੇ ਮੈਂ ਪ੍ਰਭੂ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਅੰਮ੍ਰਿਤ ਛਕ ਲਿਆ। हे ਨਾਨਕ, ਆਖ ਮੇਰਾ ਪ੍ਰਭੂ ਸਭ ਤੋਂ ਉੱਚਾ ਹੈ, ਸਭ ਕਹਿ ਤੇਰੇ ਵਸ ਹੈ, ਤੂੰ ਸੱਚਾ ਸ਼ਾਹ। ਭਗਤ ਰਤੇ ਰੰਗ ਏਕ ਕੈ ਪੂਰਾ ਵੈਸਾ, ਅੰਮ੍ਰਿਤ ਭੋਜਨ ਨਾਮ ਹਰ ਰਾਜ ਰਾਜ ਜਨ ਖਾਹ। ਸਭ ਪਦਾਰਥ ਪਾਈਨ ਸਿਮਰਨ ਸਚ ਲਾਹਾ, ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਆਗਮ ਆਗਾਹ। ਪੰਨਾ 556। ਅਰਥ, हे ਪ੍ਰਭੂ, ਤੂੰ ਸੱਚਾ ਸ਼ਾਹ ਹੈ ਤੇ ਸਭ ਕੁਝ ਤੇਰੇ ਅਖਤਿਆਰ ਵਿੱਚ ਹੈ। ਭਜਨ ਕਰਨ ਵਾਲੇ ਦਾਸ ਇੱਕ ਹਰੀ ਦੇ ਨਾਮ ਰੰਗ ਵਿੱਚ ਰੰਗੇ ਹੋਏ ਹਨ ਤੇ ਉਸ 'ਤੇ ਉਹਨਾਂ ਨੂੰ ਪੂਰਾ ਭਰੋਸਾ ਹੈ। ਉਹ ਦਾਸ ਪ੍ਰਭੂ ਦਾ ਨਾਮ ਰੂਪ ਅਮਰ ਕਰਨ ਵਾਲਾ ਭੋਜਨ ਰਜ ਰਜ ਖਾਂਦੇ ਹਨ। ਸਾਰੇ ਪਦਾਰਥ ਉਹਨਾਂ ਨੂੰ ਮਿਲਦੇ ਹਨ ਕਿਉਂਕਿ ਉਹ ਨਾਮ ਸਿਮਰਨ ਰੂਪ ਸੱਚਾ ਲਾਹਾ ਖੱਟਦੇ ਹਨ। ਗੁਰੂ ਨਾਨਕ ਜੀ ਫਰਮਾਨ ਕਰਦੇ ਹਨ, ਮੁੱਕਦੀ ਗੱਲ ਇਹ ਹੈ, ਜੋ ਪਾਰ ਬ੍ਰਹਮ ਪਹੁੰਚ ਤੋਂ ਪਰੇ ਤੇ ਆਗਾਧ ਹੈ, ਭਜਨ ਕਰਨ ਵਾਲੇ ਦਾਸ ਉਸ ਦੇ ਪਿਆਰੇ ਹਨ। ਤਿੱਥੇ ਤੂੰ ਸਮਰੱਥ, ਜਿੱਥੇ ਕੋਏ ਨਾਹੇ, ਉਥੇ ਤੇਰੀ ਰਾਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ, ਭਉ ਜਲ ਬਿਖਮ ਅਸਗਹਾ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸੇ ਨੂੰ ਕਿਰਪਾਲ ਸੰਭਾਲੇ, ਸਾਹੇ ਸਾਹੇ ਬਿਰਥਾ ਕੋਇ ਨਾ ਜਾਏ, ਜੇ ਆਵੈ ਤੁਧ ਆਹੇ। ਪੰਨਾ 962। ਦਰਸ਼ਨ ਕੀ ਪਿਆਸ ਜਿਸ ਨਰ ਹੋਏ, ਏਕ ਧਰਾਚੈ ਪਰ ਹਰ ਦੋਏ, ਦੂਰ ਦਰਦ ਮਥ ਅੰਮ੍ਰਿਤ ਖਾਏ, ਗੁਰਮੁਖ ਬੂਝੈ ਏਕ ਸਮਾਏ। ਪੰਨਾ 1188। ਅਰਥ, ਜਿਸ ਮਨੁੱਖ ਨੂੰ ਪਰਮਾਤਮਾ ਦੇ ਦਰਸ਼ਨ ਦੀ ਤਾਂਘ ਹੁੰਦੀ ਹੈ, ਉਹ ਪ੍ਰਭੂ ਤੋਂ ਬਿਨਾਂ ਹੋਰ ਆਸਰੇ ਦੀ ਝਾਕ ਛੱਡ ਕੇ ਪਰਮਾਤਮਾ ਦੇ ਨਾਮ ਵਿੱਚ ਮਸਤ ਰਹਿੰਦਾ ਹੈ। ਜਿਵੇਂ ਦੁੱਧ ਰਿੜਕ ਕੇ ਮੁੜ ਮੁੜ ਮਧਾਣੀ ਹਿਲਾ ਕੇ ਮੱਖਣ ਕੱਢੀਦਾ ਹੈ, ਤਿਵੇਂ ਉਹ ਮਨੁੱਖ ਮੁੜ ਮੁੜ ਨਾਮ ਸਿਮਰ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਖਾਂਦਾ ਹੈ ਤੇ ਉਸ ਦਾ ਦੁੱਖ ਕਲੇਸ਼ ਦੂਰ ਹੋ ਜਾਂਦਾ ਹੈ। ਅਜਿਹਾ ਗੁਰਮੁਖ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਉਪਦੇਸ਼ 'ਤੇ ਤੁਰ ਕੇ ਪਰਮਾਤਮਾ ਦੇ ਸਹੀ ਸਰੂਪ ਨੂੰ ਸਮਝ ਲੈਂਦਾ ਹੈ ਤੇ ਉਸ ਇੱਕ ਪ੍ਰਭੂ ਦੇ ਨਾਮ ਵਿੱਚ ਲੀਨ ਰਹਿੰਦਾ ਹੈ। ਭਾਗ ਛੇਵਾਂ। ਅੰਮ੍ਰਿਤ ਪੀਣਾ। ਸਦਾ ਸੰਗੀ ਹਾ ਰੰਗ ਗੋਪਾਲਾ, ਊਚ ਨੀਚ ਕਰੇ ਪ੍ਰਤਪਾਲਾ, ਨਾਮ ਰਸਾਇਣ ਮਨ ਤ੍ਰਿਪਤਾਇਣ, ਗੁਰਮੁਖ ਅੰਮ੍ਰਿਤ ਪੀਵਾਂ ਜੀਓ। ਪੰਨਾ 99। ਅਰਥ, ਪਰਮਾਤਮਾ ਆਪਣੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਸਭ ਜੀਵਾਂ ਦੇ ਅੰਗ ਸੰਗ ਰਹਿੰਦਾ ਹੈ ਤੇ ਸਭ ਸੁੱਖ ਦੇਣ ਵਾਲਾ। ਜਗਤ ਵਿੱਚ ਉੱਚੇ ਅਖਵਾਉਣ ਵਾਲੇ ਤੇ ਨੀਵੇਂ ਸਮਝਣ ਵਾਲੇ ਸਭ ਜੀਵਾਂ ਦੀ ਪਾਲਣਾ ਕਰਦਾ ਹੈ। ਪਰਮਾਤਮਾ ਦਾ ਨਾਮ ਸਭ ਰਸਾਂ ਦਾ ਸੋਮਾ ਹੈ, ਜੀਵਾਂ ਦੇ ਮਨ ਨੂੰ ਮਾਇਆ ਦੀ ਤ੍ਰਿਸ਼ਨਾ ਵੱਲੋਂ ਤ੍ਰਿਪਤ ਕਰਨ ਵਾਲਾ ਹੈ। ਗੁਰੂ ਦੀ ਸ਼ਰਨ ਪੈ ਕੇ ਆਤਮਿਕ ਜੀਵਨ ਦੇਣ ਵਾਲੇ ਉਸ ਨਾਮ ਰਸ ਨੂੰ ਮੈਂ ਪੀਂਦਾ ਰਹਿੰਦਾ ਹਾਂ। ਚਰਨ ਕਮਲ ਗੁਰ ਕੇ ਜਪਤ, ਹਰ ਜਪ ਹੋਂ ਜੀਵਾਂ, ਪਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾਂ ਰਹਾ। ਪੰਨਾ 815। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨ ਜਾਣਾ ਦੂਆ ਤੀਆ, ਏਕੋ ਏਕ ਸੋ ਅਪਰ ਅਪਰੰਪਰ, ਪਰਖ ਖਜ਼ਾਨੇ ਪਾਏਂਦਾ। ਪੰਨਾ 1034। ਅਰਥ, ਜਿਸ ਗੁਰਮੁਖ ਨੂੰ ਸਤਿਗੁਰ ਨੇ ਨਾਮ ਅੰਮ੍ਰਿਤ ਦਿੱਤਾ ਤੇ ਉਸ ਨੇ ਲੈ ਕੇ ਪੀਤਾ, ਉਸ ਨੂੰ ਜਗਤ ਵਿੱਚ ਕਿਤੇ ਵੀ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਦੂਜਾ ਤੀਜਾ ਨਹੀਂ ਦਿਸਦਾ। ਉਸ ਦੇ ਅੰਦਰ ਕੋਈ ਮੇਰ ਤੇਰ ਨਹੀਂ ਰਹਿ ਜਾਂਦੀ। ਉਸ ਗੁਰਮੁਖ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਹਰ ਥਾਂ ਇੱਕੋ ਇੱਕ ਅਪਰ ਅਪਾਰ ਪਰਮਾਤਮਾ ਆਪ ਹੀ ਹੈ। ਉਹ ਆਪ ਹੀ ਜੀਵਾਂ ਦੇ ਕਰਮਾਂ ਨੂੰ ਪਰਖ ਕੇ ਤੇ ਪਸੰਦ ਕਰਕੇ ਉਹਨਾਂ ਨੂੰ ਆਪਣੇ ਖਜ਼ਾਨੇ ਵਿੱਚ ਰਲਾ ਲੈਂਦਾ ਹੈ। ਭੈ ਵਿੱਚ ਭਾਉ ਭਾਏ ਕੋ ਬੂਝੈ, ਹਰਸ ਪਾਵੈ ਭਾਈ, ਜੇਤੇ ਘਟ ਅੰਮ੍ਰਿਤ ਸਭ ਹੀ ਮਾਹੈ, ਭਾਵੈ ਤਿਸੇ ਪਿਆਈ। ਪੰਨਾ 1123। ਅਰਥ, ਹੈ ਭਾਈ, ਜੋ ਮਨੁੱਖ ਇਸ ਹਰਨਾਮ ਅੰਮ੍ਰਿਤ ਦਾ ਸਵਾਦ ਚੱਖਦਾ ਹੈ, ਪ੍ਰਭੂ ਦੇ ਡਰ ਵਿੱਚ ਰਹਿ ਕੇ ਉਸ ਦੇ ਅੰਦਰ ਪ੍ਰਭੂ ਦਾ ਪ੍ਰੇਮ ਪੈਦਾ ਹੋ ਜਾਂਦਾ ਹੈ। ਉਸ ਪ੍ਰੇਮ ਦੀ ਬਰਕਤ ਨਾਲ ਉਹ ਵਿਰਲੇ ਭਾਗਾਂ ਵਾਲੇ ਬੰਦੇ ਇਹ ਗੱਲ ਸਮਝ ਲੈਂਦੇ ਹਨ ਕਿ ਜਿਤਨੇ ਵੀ ਜੀਵ ਹਨ, ਉਹਨਾਂ ਸਭਨਾਂ ਦੇ ਅੰਦਰ
ਇਹ ਨਾਮ ਅੰਮ੍ਰਿਤ ਮੌਜੂਦ ਹੈ। ਪਰ ਜੋ ਜੀਵ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਸ ਨੂੰ ਹੀ ਉਹ ਅੰਮ੍ਰਿਤ ਪਿਆਲਦਾ ਹੈ। ਡੋਲਤ ਡੋਲਤ ਹੈ ਸਖੀ, ਫਾਟੇ ਚੀਰ ਸ਼ਿੰਗਾਰ, ਡਹਪਣ ਤਨ ਸੁਖ ਨਹੀਂ, ਬਿਨ ਡਰ ਬਿਨਠੀ ਡਾਰ। ਡਰਪ ਮੋਈ ਘਰ ਆਪਣੇ, ਡੀਠੀ ਕੰਤ ਸੁਜਾਨ, ਡਰ ਰਾਖਿਆ ਗੁਰ ਆਪਣੇ, ਨਿਰਭਉ ਨਾਮ ਬਖਾਨ। ਡੂੰਗਰ ਵਾਸ ਤਿਖਾ ਕਣੀ, ਜਬ ਦੇਖਾਂ ਨਹੀਂ ਦੂਰ, ਤਿਖਾ ਨਿਵਾਰੀ ਸ਼ਬਦ ਮਨ, ਅੰਮ੍ਰਿਤ ਪੀਆ ਭਰਪੂਰ। ਦੇਹ ਦੇ ਆਖੈ ਸਭ ਕੋਈ, ਜੈ ਭਾਵੈ ਤੈ ਦੇਹ, ਗੁਰੂ ਦੁਆਰੈ ਦੇਵਸੀ, ਤਿਖਾ ਨਿਵਾਰੈ ਸੋਈ। ਪੰਨਾ 933। ਹੇ ਸਖੀ, ਭਟਕ ਭਟਕ ਕੇ ਸਾਰੇ ਕੱਪੜੇ ਤੇ ਸ਼ਿੰਗਾਰ ਪਾਟ ਗਏ ਹਨ। ਭਾਵ ਤ੍ਰਿਸ਼ਨਾ ਦੀ ਅੱਗ ਦੇ ਕਾਰਨ ਹੋਰ ਆਸਰੇ ਤੱਕਿਆਂ ਸਾਰੇ ਧਾਰਮਿਕ ਉਦਮ ਵਿਅਰਥ ਜਾਂਦੇ ਹਨ। ਤ੍ਰਿਸ਼ਨਾ ਦੀ ਅੱਗ ਵਿੱਚ ਸੜਦਿਆਂ ਹਿਰਦੇ ਵਿੱਚ ਸੁੱਖ ਨਹੀਂ ਹੋ ਸਕਦਾ। ਤ੍ਰਿਸ਼ਨਾ ਦੇ ਕਾਰਨ ਪ੍ਰਭੂ ਡਰ ਹਿਰਦੇ ਵਿੱਚੋਂ ਗਵਾਇਆ ਬੇਅੰਤ ਜੀਵ ਖਪ ਰਹੇ ਹਨ। ਜੋ ਜੀਵ ਇਸਤਰੀ ਪ੍ਰਭੂ ਦੇ ਡਰ ਦੀ ਰਾਹੀਂ ਆਪਣੇ ਹਿਰਦੇ ਵਿੱਚ ਤ੍ਰਿਸ਼ਨਾ ਵੱਲੋਂ ਮਰ ਗਈ ਹੈ, ਭਾਵ ਜਿਸ ਨੇ ਤ੍ਰਿਸ਼ਨਾ ਦੀ ਅੱਗ ਬੁਝਾ ਲਈ ਹੈ, ਉਸ ਨੂੰ ਸੁਜਾਨਕੰਤ ਪ੍ਰਭੂ ਨੇ ਪਿਆਰ ਨਾਲ ਤੱਕਿਆ ਹੈ। ਆਪਣੇ ਗੁਰੂ ਦੀ ਰਾਹੀਂ ਉਸ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰ ਕੇ ਪ੍ਰਭੂ ਦਾ ਡਰ ਹਿਰਦੇ ਵਿੱਚ ਟਿਕਾਇਆ ਹੈ। ਜਦੋਂ ਤੱਕ ਮੇਰਾ ਵਾਸ ਪਰਬਤ ਉੱਤੇ ਰਿਹਾ, ਭਾਵ ਹਉਮੈ ਕਰਕੇ ਸਿਰ ਉੱਚਾ ਰਿਹਾ, ਮਾਇਆ ਦੀ ਤ੍ਰੇ ਬਹੁਤ ਸੀ। ਜਦੋਂ ਮੈਂ ਪ੍ਰਭੂ ਦਾ ਦੀਦਾਰ ਕਰ ਲਿਆ ਤਾਂ ਇਹ ਤ੍ਰੇ ਨੂੰ ਮਿਟਾ ਦੇਣ ਵਾਲਾ ਅੰਮ੍ਰਿਤ ਨੇੜੇ ਹੀ ਦਿਸ ਪਿਆ। ਮੈਂ ਗੁਰੂ ਦੇ ਸ਼ਬਦ ਨੂੰ ਮੰਨ ਕੇ ਮਾਇਆ ਦੀ ਤ੍ਰੇ ਦੂਰ ਕਰ ਲਈ ਤੇ ਨਾਮ ਅੰਮ੍ਰਿਤ ਰੱਜ ਕੇ ਪੀ ਲਿਆ। ਹਰੇਕ ਜੀਵ ਆਖਦਾ ਹੈ, ਹੇ ਪ੍ਰਭੂ ਮੈਨੂੰ ਅੰਮ੍ਰਿਤ ਦੇ, ਮੈਨੂੰ ਇਹ ਅੰਮ੍ਰਿਤ ਦੇ। ਪਰ ਪ੍ਰਭੂ ਉਸ ਜੀਵ ਨੂੰ ਦਿੰਦਾ ਹੈ ਜੋ ਜੀਵ ਉਸ ਨੂੰ ਪਾਉਂਦਾ ਹੈ। ਪ੍ਰਭੂ ਜਿਸ ਨੂੰ ਸਤਿਗੁਰ ਦੀ ਰਾਹੀਂ ਇਹ ਅੰਮ੍ਰਿਤ ਦੇਵੇਗਾ, ਉਹੀ ਜੀਵ ਮਾਇਆ ਵਾਲੀ ਪਿਆਸ ਮਿਟਾ ਸਕੇਗਾ। ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ, ਸਿਰ ਸਿਰ ਸੁਖ ਸਹਮਾ, ਦੇਹ ਸੋ ਤੂੰ ਭਲਾ। ਹਰ ਰਚਨਾ ਤੇਰੀ ਕਿਆ ਗਤ ਮੇਰੀ, ਹਰ ਬਿਨ ਘੜੀ ਨਾ ਜੀਵਾਂ। ਪ੍ਰੇਬਾਜ ਦੇਹਲੀ ਕੋਏ ਨਾ ਬੇਲੀ, ਗੁਰਮੁਖ ਅੰਮ੍ਰਿਤ ਪੀਵਾਂ। ਰਚਨਾ ਰਾਜ ਰਹੇ ਨਿਰੰਕਾਰੀ, ਪ੍ਰਭ ਮਨ ਕਰਮ ਸੁਕਰਮਾ। ਨਾਨਕ ਪੰਥ ਨਿਹਾਲੇ ਸਾ ਧਨ, ਤੂੰ ਸੁਣ ਆਤਮ ਰਾਮਾ। ਪੰਨਾ 1107। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 5ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਤੀਜੇ ਕਾਂਡ ਦਾ ਤੀਜੇ ਤੋਂ 6ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੂ ਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।